So, hi friends. Today we will be talking about the risk factors for a heart disease. ਕਿ ਆਪਣੇ ਹਾਰਟ ਡਿਜ਼ੀਜ਼ ਜਾਂ ਕੋਰੋਨਰੀ ਆਰਟਰੀ ਡਿਜ਼ੀਜ਼ ਹੋਣ ਦੇ ਕਿਹੜੇ-ਕਿਹੜੇ ਰਿਸਕ ਫੈਕਟਰਸ ਨੇ ਜਿਨ੍ਹਾਂ ਨੂੰ ਆਪਾਂ ਰੋਕ ਸਕਦੇ ਹਾਂ। ਇਹਨਾਂ ਦੇ ਵਿੱਚ ਕੁਝ ਮੋਡੀਫਾਈਬਲ ਰਿਸਕ ਫੈਕਟਰਸ ਹੁੰਦੇ ਨੇ ਤੇ ਕੁਝ ਨਾਨ ਮੋਡੀਫਾਈਬਲ ਰਿਸਕ ਫੈਕਟਰਸ ਹੁੰਦੇ ਨੇ। ਮੋਡੀਫਾਈਬਲ ਮੀਨਸ ਕਿ ਆਪਾਂ ਉਹਨਾਂ ਨੂੰ ਬਦਲ ਸਕਦੇ ਹਾਂ, ਆਪਾਂ ਉਹਨਾਂ ਨੂੰ ਕੰਟਰੋਲ ਕਰ ਸਕਦੇ ਹਾਂ। ਔਰ ਨਾਨ ਮੋਡੀਫਾਈਬਲ ਰਿਸਕ ਫੈਕਟਰਸ ਦਾ ਮਤਲਬ ਇਹ ਹੁੰਦਾ ਹੈ ਕਿ ਜਿਨ੍ਹਾਂ ਨੂੰ ਅਸੀਂ ਬਦਲ ਨਹੀਂ ਸਕਦੇ। ਉਹ ਰਿਸਕ ਫੈਕਟਰਸ ਆਲਰੇਡੀ ਸਾਡੀ ਬਾਡੀ ਦੇ ਵਿੱਚ ਹੈਗੇ ਨੇ, ਜਿਨ੍ਹਾਂ ਨੂੰ ਆਪਾਂ ਚੇਂਜ ਤਾਂ ਨਹੀਂ ਕਰ ਸਕਦੇ, ਬਟ ਆਪਾਂ ਹਾਰਟ ਡਿਜ਼ੀਜ਼ ਹੋਣ ਦੀਆਂ ਜਿਹੜੀ ਬਾਕੀ ਦੇ ਰਿਸਕ ਫੈਕਟਰਸ ਨੇ ਉਹ ਤਾਂ ਉਹਨਾਂ ਉੱਤੇ ਕੰਮ ਕਰਕੇ ਆਪਣਾ ਜਿਹੜਾ ਹਾਰਟ ਡਿਜ਼ੀਜ਼ ਹੋਣ ਦਾ ਰਿਸਕ ਹੈ ਉਹਨੂੰ ਆਪਾਂ ਰਿਡਿਊਸ ਕਰ ਸਕਦੇ ਹਾਂ। ਸੋ ਪਹਿਲਾਂ ਮੈਂ ਗੱਲ ਕਰਾਂਗਾ ਕਿ ਵਾਟ ਆਰ ਦਾ ਮੋਡੀਫਾਈਬਲ ਰਿਸਕ ਫੈਕਟਰਸ। ਸੋ ਨੰਬਰ 1 ਜਿਹੜੀ ਆਪਣਾ ਮੋਡੀਫਾਈਬਲ ਰਿਸਕ ਫੈਕਟਰ ਹੈ ਉਹ ਹੈ ਡਾਇਬਟੀਜ਼ ਮੈਲਾਈਟਿਸ। ਸੋ ਇੰਡੀਆ ਫਾਸਟਲੀ ਇਟ ਇਜ਼ ਬਿਕਮਿੰਗ ਇਨ ਫੈਕਟ ਇਟ ਇਜ਼ ਆਲਰੇਡੀ ਬਿਕਮ ਦਾ ਕੈਪੀਟਲ, ਜਿਹੜਾ ਹੈ ਕਿਹਾ ਜਾਂਦਾ ਹੈ ਕਿ ਪੂਰੇ ਦੁਨੀਆ ਦਾ ਡਾਇਬਟੀਜ਼ ਕੈਪੀਟਲ ਆਫ ਦਾ ਵਰਲਡ ਬਣ ਰਿਹਾ ਹੈ। ਅਤੇ ਆਪਣੇ ਅਗਰ ਆਪਾਂ ਗੱਲ ਕਰੀਏ ਆਪਣੇ ਸਟੇਟ ਦੇ ਬਾਰੇ ਔਰ ਨਾਰਥ ਇੰਡੀਆ ਦੇ ਬਾਰੇ, ਸਪੈਸ਼ਲੀ ਇਹਨਾਂ ਏਰੀਆਜ਼ ਦੇ ਵਿੱਚ ਡਾਇਬਟੀਜ਼ ਜਿਹੜਾ ਹੈ ਬਹੁਤ ਜ਼ਿਆਦਾ ਪ੍ਰੈਵਲੈਂਟ ਹੈ। ਔਰ ਦੇਖਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਪੇਸ਼ੈਂਟਸ ਹੈ ਆਪਣੇ ਡਾਇਬਟੀਜ਼ ਨੂੰ ਕੰਟਰੋਲ 'ਚ ਨਹੀਂ ਰੱਖਦੇ ਹਨ। ਸੋ ਇਹ ਇੱਕ ਬਹੁਤ ਹੀ ਇੰਪੋਰਟੈਂਟ ਰਿਸਕ ਫੈਕਟਰ ਹੋ ਜਾਂਦਾ ਹੈ ਹਾਰਟ ਡਿਜ਼ੀਜ਼ ਵਾਸਤੇ। ਜਿਨ੍ਹਾਂ ਵੀ ਪੇਸ਼ੈਂਟਸ ਨੂੰ ਡਾਇਬਟੀਜ਼ ਹੈ ਉਹਨਾਂ ਨੂੰ ਇਹਨੂੰ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਨੂੰ ਡਾਇਬਟੀਜ਼ ਨਹੀਂ ਹੈ, ਸਪੈਸ਼ਲੀ 40 ਈਅਰਸ ਐਂਡ ਅਬਵ ਏਜ ਦੇ ਹੈ, ਉਹਨਾਂ ਨੂੰ ਰੈਗੂਲਰ ਇੱਕ ਟੈਸਟਿੰਗ ਜ਼ਰੂਰ ਕਰਾ ਲੈਣੀ ਚਾਹੀਦੀ ਹੈ। ਐਟਲੀਸਟ ਐਨੂਅਲ ਚੈੱਕਅਪ ਜ਼ਰੂਰ ਕਰਾ ਲੈਣਾ ਚਾਹੀਦਾ ਹੈ ਕਿ ਕਿਤੇ ਉਹਨਾਂ ਨੂੰ ਕੋਈ ਡਾਇਬਟੀਜ਼ ਦੇ ਲੱਛਣ ਜਾਂ ਕੋਈ ਹਾਈ ਸ਼ੂਗਰ ਲੈਵਲਸ ਤਾਂ ਨਹੀਂ ਆ ਰਹੇ ਹਨ ਕਿ ਜਿਨ੍ਹਾਂ ਕਰਕੇ ਉਹਨਾਂ ਨੂੰ ਰਿਸਕ ਫੈਕਟਰਸ ਵੱਧ ਜਾਂਦੇ ਹਨ। ਐਂਡ ਟਾਕਿੰਗ ਅਬਾਊਟ ਦਾ ਜਿਹੜੇ ਪੇਸ਼ੈਂਟਸ ਜਿਨ੍ਹਾਂ ਨੂੰ ਡਾਇਬਟੀਜ਼ ਹੈ ਉਹਨਾਂ ਨੂੰ ਆਪਣੀ ਡਾਇਬਟੀਜ਼ ਦਾ ਜਿਹੜਾ ਕੰਟਰੋਲ ਹੈ ਉਹ ਮੈਡੀਕੇਸ਼ਨ ਦੇ ਉੱਤੇ ਜਾਂ ਫਿਰ ਡਾਈਟ ਕੰਟਰੋਲ ਦੇ ਉੱਤੇ ਆਪਣੇ ਇੱਕ ਐਂਡੋਕ੍ਰਾਈਨੋਲੋਜਿਸਟ ਜਾਂ ਫਿਰ ਫਿਜ਼ੀਸ਼ੀਅਨ ਜਾਂ ਕਾਰਡੀਓਲੋਜਿਸਟ ਨਾਲ ਮਿਲ ਕੇ ਉਹਨੂੰ ਕੰਟਰੋਲ 'ਚ ਰੱਖਣਾ ਇਜ਼ ਵੈਰੀ ਇੰਪੋਰਟੈਂਟ। ਸੋ ਅਗਰ ਆਪਾਂ ਗੱਲ ਕਰੀਏ ਔਨ ਟਰੀਟਮੈਂਟ ਜਿਹੜੇ ਪੇਸ਼ੈਂਟਸ ਹਨ ਉਹਨਾਂ ਦਾ ਡਾਇਬਟੀਜ਼ ਕਿਸ ਤਰੀਕੇ ਨਾਲ ਕੰਟਰੋਲ ਰਹਿਣਾ ਚਾਹੀਦਾ ਹੈ। ਜਿਹੜਾ ਉਹਨਾਂ ਦਾ HbA1c ਹੈ, ਜਿਹੜਾ ਗਲਾਈਕੋਸਾਈਲੇਟਡ HB ਹੁੰਦਾ ਹੈ, ਜਿਹੜਾ ਕਿ 3 ਮੰਥਸ ਦਾ ਐਵਰੇਜ ਸ਼ੂਗਰ ਹੈ, that should be less than 7 value, 7 gram percentage. So on treatment it should be controlled, then only we can reduce the risk factors of the heart disease. Second ਅਸੀਂ ਗੱਲ ਕਰਾਂਗੇ ਜਿਹੜਾ ਇੰਪੋਰਟੈਂਟ ਸਭ ਤੋਂ ਇੰਪੋਰਟੈਂਟ ਰਿਸਕ ਫੈਕਟਰ ਹੈ, that is hypertension. So uncontrolled hypertension ਹੋਣਾ, more than 140/90 blood pressure ਕਿਸੇ ਵੀ ਪੇਸ਼ੈਂਟ ਦੇ ਵਿੱਚ ਰਹਿਣਾ ਡਿਸਪਾਈਟ ਔਨ ਟਰੀਟਮੈਂਟ ਇਜ਼ ਵੈਰੀ ਡੇਂਜਰਸ। ਇਟ ਵਿਲ ਇਨਕਰੀਜ਼ ਦਾ ਰਿਸਕ ਹਾਰਟ ਡਿਜ਼ੀਜ਼ ਹੋਣ ਦੇ ਜਾਂ ਫਿਰ ਬ੍ਰੇਨ ਸਟ੍ਰੋਕ ਹੋਣ ਦੇ ਜਾਂ ਫਿਰ ਕਿਡਨੀ ਡੈਮੇਜਸ ਹੋਣ ਦੇ ਜਾਂ ਫਿਰ ਪੈਰੀਫਰਲ ਆਰਟੀਰੀਅਲ ਡਿਜ਼ੀਜ਼ ਹੋਣ ਦੇ। ਸੋ ਇਹਨਾਂ ਸਾਰੀਆਂ ਬਿਮਾਰੀਆਂ ਦੇ ਰਿਸਕ ਦੇਖਣੇ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਸੋ ਇਹ ਬਹੁਤ ਹੀ ਲਾਜ਼ਮੀ ਬਣਾਓ ਕਿ ਅਗਰ ਕੋਈ ਹਾਈਪਰਟੈਂਸ਼ਨ ਦੀ ਕਿਸੇ ਨੂੰ ਬਿਮਾਰੀ ਹੈ ਤਾਂ ਉਹਦਾ ਬਲੱਡ ਪ੍ਰੈਸ਼ਰ ਕੰਟਰੋਲ ਹੋਣਾ ਬਹੁਤ ਇੰਪੋਰਟੈਂਟ ਹੈ। ਥਰਡ ਰਿਸਕ ਫੈਕਟਰ ਜਿਹੜੀ ਅਸੀਂ ਆਪਾਂ ਗੱਲ ਕਰੀਏ ਇਹ ਹੈ ਕਿ ਸਾਡੀਆਂ ਫੂਡ ਹੈਬਿਟਸ। ਆਪਾਂ ਬਹੁਤ ਸਾਰੇ ਯੰਗਸਟਰਸ ਵੀ ਧਿਆਨ ਨਹੀਂ ਦਿੰਦੇ ਕਿ ਬਹੁਤ ਸਾਰਾ ਜੰਕ ਫੂਡ ਖਾਂਦੇ ਹਨ, ਫਾਸਟ ਫੂਡ ਖਾਂਦੇ ਹਨ, ਕਾਫੀ ਜ਼ਿਆਦਾ ਹਾਈ ਫੈਟ ਡਾਈਟ ਆਪਾਂ ਲੈਂਦੇ ਹਨ, ਜਾਂ ਫਿਰ ਕਿ ਬਹੁਤ ਹਾਈ ਕੋਲੇਸਟਰੋਲ ਫੂਡਸ ਲੈਣਾ, ਜਿਹਦੇ ਕਰਕੇ ਕਿ ਸਾਡੀ ਹਾਰਟ ਡਿਜ਼ੀਜ਼ ਹੋਣ ਦੇ ਰਿਸਕ ਫੈਕਟਰਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਵੱਧ ਜਾਂਦੇ। ਸੋ ਸਾਨੂੰ ਅਵੋਇਡ ਕਰਨਾ ਹੈ ਜੰਕ ਫੂਡ, ਸਾਨੂੰ ਅਵੋਇਡ ਕਰਨਾ ਹੈ ਹਾਈ ਫੈਟ ਦੇਸੀ ਘੀ, ਬਟਰ ਐਂਡ ਫਰਾਈਡ ਫੂਡਸ ਜਿਹੜੇ ਹੁੰਦੇ ਹਨ, ਹਾਈ ਜਿਹੜਾ ਵਾਈਟ ਸ਼ੂਗਰ ਆਪਾਂ ਯੂਜ਼ ਕਰਦੇ ਹਾਂ। ਇਹਨਾਂ ਜਿਹੜੀਆਂ ਫੂਡਸ ਹੁੰਦੇ ਨੇ ਇਹਨਾਂ ਨਾਲ ਜਿਹੜਾ ਕੈਲਰੀ ਇਨਟੇਕ ਹੈ ਉਹ ਬਹੁਤ ਜ਼ਿਆਦਾ ਇੰਕਰੀਜ਼ ਹੁੰਦਾ ਹੈ, ਜਿਹਦੇ ਕਰਕੇ ਪਲਾਕ ਡੈਪੋਜੀਸ਼ਨ ਆਰਟਰੀਜ਼ ਦੇ ਵਿੱਚ ਇੰਕਰੀਜ਼ ਹੋਣ ਕਰਕੇ ਹਾਰਟ ਡਿਜ਼ੀਜ਼ ਹੋਣ ਦੇ ਬਹੁਤ ਜ਼ਿਆਦਾ ਰਿਸਕ ਫੈਕਟਰਸ ਨੇ। ਥਰਡ ਆਰ ਪਰਸਨਲ ਹੈਬਿਟਸ ਕਿ ਸਮੋਕਿੰਗ ਜਾਂ ਟੋਬੈਕੋ ਕੰਜ਼ੰਪਸ਼ਨ। ਸੋ ਦਿਸ ਅਲਾਰਮਿੰਗਲੀ ਇੰਕਰੀਜ਼ਸ ਕਿ ਸਾਡਾ ਹਾਰਟ ਡਿਜ਼ੀਜ਼ ਹੋਣ ਦੇ ਚਾਂਸਿਸ ਆਰ ਇੰਕਰੀਜ਼ ਟੂ ਵੈਰੀ ਹਾਈ ਪ੍ਰੋਪੋਰਸ਼ਨਸ। ਸੋ ਵੀ ਸ਼ੁੱਡ ਐਬਸਟੇਨ ਕਿ ਅਸੀਂ ਸਮੋਕਿੰਗ ਜਾਂ ਟੋਬੈਕੋ ਕੰਜ਼ੰਪਸ਼ਨ ਬਿਲਕੁਲ ਨਾ ਕਰੀਏ। ਦਿਸ ਸ਼ੁੱਡ ਬੀ ਟੋਟਲੀ ਆਊਟ ਆਫ ਆਰ ਲਾਈਫ। ਦ ਰੈਸਟ ਆਫ ਦ ਰਿਸਕ ਫੈਕਟਰਸ ਆਰ ਕਿ डिस्लिपिडीमिया। डिस्लिपिडीमिया ਤੋਂ ਮੇਰੇ ਮਤਲਬ ਹੈ ਕੋਲੇਸਟਰੋਲ, ਟੋਟਲ ਕੋਲੇਸਟਰੋਲ, ਸਾਡਾ LDL ਕੋਲੇਸਟਰੋਲ ਜਿਹੜਾ ਬੈਡ ਕੋਲੇਸਟਰੋਲ ਹੁੰਦਾ ਹੈ ਉਹ ਜ਼ਿਆਦਾ ਹਾਈ ਹੋਣਾ, ਜਾਂ ਫਿਰ ਜਿਹੜਾ ਗੁੱਡ ਕੋਲੇਸਟਰੋਲ ਹੈ ਉਹ ਨੋਰਮਲ ਰੇਂਜ ਤੋਂ ਬਹੁਤ ਜ਼ਿਆਦਾ ਲੋ ਹੋਣਾ। ਸੋ ਵੀ ਸ਼ੁੱਡ ਵਰਕ ਵਿਦ ਆਰ ਡਾਕਟਰਸ ਐਂਡ ਫਿਜ਼ੀਸ਼ੀਅਨਸ ਐਂਡ ਕਾਰਡੀਓਲੋਜਿਸਟ ਕਿ ਆਪਣਾ ਜਿਹੜਾ ਬਾਡੀ ਦਾ ਕੋਲੇਸਟਰੋਲ ਲੈਵਲਸ ਹੈ ਜਾਂ ਲਿਪਿਡ ਲੈਵਲ ਹੈ that should be within the normal range. Then the next risk factor which is very important is weight, that is obesity. Obesity is a worldwide pandemic, so we should control our weight. ਸਾਡਾ ਜਿਹੜਾ body mass index ਹੈ ਜਿਹਨੂੰ ਕਿ ਆਪਾਂ ਇੱਕ ਰੇਸ਼ੋ ਹੁੰਦੀ ਹੈ ਆਪਣਾ body weight divided by height in meter square, ਸੋ ਉਹ ਜਿਹੜੀ ਲੈਵਲ ਹੈ ਉਹ ਸਾਡਾ less than 25
kilograms per meter square होना very important है to reduce the risk. Another thing is sedentary lifestyle. अपना daily activity ਜਿਹੜੀ ਹੈ ਉਹਦੇ ਵਿੱਚ ਬਿਲਕੁਲ ਵੀ ਕੋਈ exercise ਨਹੀਂ ਹੋਣਾ, ਬੈਠੇ ਰਹਿਣ ਨਾਲ ਸਾਰਾ ਕੰਮ ਕਰਨਾ, ਇਹਦੇ ਨਾਲ ਸਾਡੇ ਜਿਹੜੇ ਹਾਰਟ ਡਿਜ਼ੀਜ਼ ਹੋਣ ਦੇ ਜਿਹੜੇ ਰਿਸਕ ਫੈਕਟਰਸ ਨੇ ਉਹ ਬਹੁਤ ਜ਼ਿਆਦਾ ਇੰਕਰੀਜ਼ ਹੋ ਜਾਂਦੇ। ਸੋ ਵੀ ਸ਼ੁੱਡ ਮੇਨਟੇਨ ਅ ਵੈਰੀ ਹੈਲਦੀ ਲਾਈਫ ਸਟਾਈਲ, ਜਿਹਦੇ ਵਿੱਚ ਆਪਾਂ ਨੂੰ ਡੇਲੀ ਇੱਕ ਐਕਸਰਸਾਈਜ਼ ਕਰਨਾ ਵੈਰੀ ਇੰਪੋਰਟੈਂਟ ਹੈ। ਡੇਲੀ ਐਕਸਰਸਾਈਜ਼ ਦੇ ਵਿੱਚ ਇਟ ਸ਼ੁੱਡ ਬੀ ਐਟਲੀਸਟ ਅ ਬ੍ਰਿਸਕ ਵਾਕ, ਅ ਮਾਰਨਿੰਗ ਵਾਕ ਔਰ ਐਨ ਈਵਨਿੰਗ ਵਾਕ, ਔਰ ਯੂ ਕੈਨ ਆਲਸੋ ਡੂ ਅ slow jogging which will help you. So daily 30 to 45 minutes a day and at least 4 to 5 minutes, 4 to 5 days a week is a good thing to start for exercise which will keep you healthy, your heart healthy. And when we talk of non modifiable risk factors ਜਿਹੜੇ ਕਿ modify ਨਹੀਂ ਕਰ ਸਕਦੇ, ਉਹਦੇ ਵਿੱਚ ਏਜ ਆ ਜਾਂਦੀ ਹੈ, old age ਜਦੋਂ ਵੱਧ ਜਾਂਦੀ ਹੈ, ਜਦੋਂ ਏਜ ਵੱਧਦੀ ਹੈ that increases the chances of risk factors. So elderly population ਨੂੰ ਇਹਨਾਂ ਸਾਰੇ ਮੋਡੀਫਾਈਬਲ ਰਿਸਕ ਫੈਕਟਰਸ ਦਾ ਬਹੁਤ ਧਿਆਨ ਦੇਣਾ ਜ਼ਰੂਰੀ ਹੈ, ਤਾਂ ਕਿ ਆਪਾਂ ਇਹਨਾਂ ਮੋਡੀਫਾਈਬਲ ਰਿਸਕ ਫੈਕਟਰਸ ਨੂੰ ਪ੍ਰੀਵੈਂਟ ਕਰਕੇ ਆਪਾਂ ਹਾਰਟ ਡਿਜ਼ੀਜ਼ ਹੋਣ ਦੇ ਚਾਂਸਸ ਘਟਾਈਏ। ਸੈਕੰਡ ਇਜ਼ ਸੈਕਸ। ਥਰਡ ਇਜ਼ ਐਨੀ ਫੈਮਿਲੀ ਹਿਸਟਰੀ, ਕਿ ਆਪਣੇ ਆਲਰੇਡੀ ਫੈਮਿਲੀ ਦੇ ਵਿੱਚ ਹਿਸਟਰੀ, ਇੱਕ ਸਟਰੋਂਗ ਹਿਸਟਰੀ ਹੈ ਕਿ ਹਾਰਟ ਡਿਜ਼ੀਜ਼ ਕਿਸੇ ਫੈਮਿਲੀ ਮੈਂਬਰ ਨੂੰ, ਮਦਰ, ਫਾਦਰ ਜਾਂ ਬ੍ਰਦਰ ਐਂਡ ਸਿਸਟਰ ਨੂੰ, ਸਿਬਲਿੰਗਸ ਨੂੰ ਹੈ। ਸੋ that is the population which should be very cautious regarding all these modifiable risk factors. So they should when they are more than 40 years of age, everybody should go for an annual checkup. ਸਾਲ ਦੇ ਵਿੱਚ ਇੱਕ ਵਾਰ ਚੈੱਕਅਪ ਜ਼ਰੂਰ ਕਰਾਉਣਾ ਜ਼ਰੂਰੀ ਹੈ। So this was the awareness video regarding risk factors for heart disease. ਮੈਨੂੰ ਉਮੀਦ ਹੈ ਤੁਹਾਨੂੰ ਇਸ ਵੀਡੀਓ ਨੂੰ ਸੁਣ ਕੇ ਕਾਫੀ ਜ਼ਿਆਦਾ ਜਾਣਕਾਰੀ ਮਿਲੀ ਹੋਏਗੀ, ਔਰ ਮੋਡੀਫਾਈਬਲ ਰਿਸਕ ਫੈਕਟਰਸ ਦੇ ਉੱਤੇ ਆਪਾਂ ਕੰਮ ਕਰਕੇ ਸਪੈਸ਼ਲੀ ਹਾਰਟ ਡਿਜ਼ੀਜ਼ ਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਪਾਵਾਂਗੇ। We will be able to save lives and keep our heart healthy. Thank you so much.